ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਗੁਰੂ ਪਿਆਰੀ ਸਤ ਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਰਾਮਕਲੀ ਰਾਗ ਦੇ ਵਿੱਚ ਸੱਤੇ ਬਲਵੰਡੇ ਦੀ ਬਾਰ। ਰਾਏ ਬਲਵੰਡੇ ਤੇ ਸੱਤੇ ਡੂਮ ਦੀ ਬਾਰ ਦੀ ਆਪਾਂ ਵਿਚਾਰ ਸ਼ੁਰੂ ਕੀਤੀ ਸੀ। ਕੱਲ੍ਹ ਆਪਾਂ 5 ਪੌੜੀਆਂ ਤੱਕ ਵਿਚਾਰ ਕੀਤੀ ਸੀ। ਉਸ ਤੋਂ ਅੱਗੇ ਆਪਾਂ ਵਿਚਾਰ ਸ਼ੁਰੂ ਕਰਾਂਗੇ। ਕੱਲ੍ਹ ਜਿੱਥੋਂ ਆਪਾਂ ਵਿਚਾਰ ਸ਼ੁਰੂ ਕੀਤੀ ਸੀ, ਉਹ ਪਹਿਲੀ ਹੀ ਪੰਕਤੀ ਜੋ ਆਪਾਂ ਵਿਚਾਰੀ ਸੀ, ਉਸ ਦੀ ਆਪਾਂ ਥੋੜ੍ਹੀ ਵਿਚਾਰ ਕਰਨੀ ਹੈ। ਕਿਉਂਕਿ ਲੱਗਦਾ ਹੈ ਕਿ ਉਹ ਥੋੜ੍ਹੀ ਵਿਚਾਰ ਸਹੀ ਨਹੀਂ ਸੀ ਹੋ ਸਕੀ। ਜਿਨ ਕੀਤੀ ਸੋ ਮੰਨਣਾ, ਕੋ ਸਾਲ ਜਿਵਾਹੇ ਸਾਲੀ। ਸਾਲ, ਸਾਲੀ, ਕਿਉਂਕਿ ਬਹੁਤ ਸਾਰੇ ਅਰਥ ਨੇ ਇਸ ਦੇ। ਸਾਲ ਆਪਾਂ ਸਾਲ ਨੂੰ ਵੀ ਕਹਿ ਦਿੰਦੇ, ਤੇ ਸਾਲ ਉੱਤੇ ਲੈਣ ਵਾਲੀ ਵੀ ਹੋ ਜਾਂਦੀ ਹੈ। ਇੱਦਾਂ ਜਿਵੇਂ ਆਪਾਂ ਵਿਚਾਰ ਕੀਤੀ ਸੀ ਕਿ ਇੱਕ ਸਾਲ ਹਲ ਵਾਉਂਦੇ ਉਸ ਨੂੰ ਵੀ ਹੁੰਦੀ ਹੈ। ਆਪਾਂ ਉਹ ਵਿਚਾਰ ਕੀਤੀ ਸੀ ਕਿ ਜਿਵੇਂ ਖੇਤ ਵਾਉਂਦੇ, ਲੇਕਿਨ ਉਹ ਵੀ ਸਹੀ ਨਹੀਂ ਲੱਗੀ। ਇਸ ਕਰਕੇ ਸੋਚਿਆ, ਵਿਚਾਰਿਆ, ਤੇ ਫਿਰ ਇਹ ਜੋ ਸਹੀ ਲੱਗਿਆ ਸ਼ਬਦ ਸਾਲ, ਸਾਲ ਕਹਿ ਦਿੰਦੇ ਨੇ ਕੋਈ ਸਥਾਨ ਨੂੰ, ਥਾਂ ਨੂੰ। ਥਾਂ ਜਿਵੇਂ ਆਪਾਂ ਦੇਖਦੇ ਹਾਂ ਗੁਰਬਾਣੀ ਦੇ ਵਿੱਚ ਆਇਆ ਹੈ ਚਟਸਾਲ। ਚਟਸਾਲ ਸਕੂਲ ਨੂੰ ਕਿਹਾ ਜਿੱਥੇ ਪਰਮੇਸ਼ਰ ਦੀ ਵਿਚਾਰ ਕੀਤੀ ਜਾਂਦੀ ਹੈ। ਆਪਣੀ ਕਿਚਨ ਨੂੰ ਭਾਂਡਸਾਲ ਕਹਿ ਦਿੰਦੇ, ਜਿੱਥੇ ਭਾਂਡੇ ਰੱਖੇ ਜਾਂਦੇ ਹਨ। ਪਾਠਸ਼ਾਲਾ ਆਪਾਂ ਕਹਿ ਦਿੰਦੇ, ਜਿੱਥੇ ਪਾਠ ਪੜ੍ਹਾਇਆ ਜਾਂਦਾ ਹੈ। ਇੱਦਾਂ ਹੀ ਇੱਥੇ ਤੁਕ ਦੀ ਜਿਹੜੀ ਪੰਕਤੀ ਦੇ ਜਿਹੜੇ ਅਰਥ ਨੇ ਕਿ ਜਿੱਥੇ ਸਾਡੇ ਅੰਦਰ ਉਹ ਸਥਾਨ ਹੈ, ਉਸ ਨੂੰ ਮੰਨਣਾ ਹੈ, ਫਿਰ ਉਸ ਸਥਾਨ 'ਤੇ ਟਿਕਣਾ ਹੈ, ਜਿਸ ਸਾਰਿਆਂ ਦੇ ਅੰਦਰ, ਜਿਸ ਨੂੰ ਆਪਾਂ 10ਵਾਂ ਦੁਆਰ ਕਹਿ ਸਕਦੇ ਹਾਂ। ਸਥਾਨ ਜਿਵੇਂ ਕੋਈ ਖਾਸ, ਜਿਵੇਂ ਸੰਸਾਰ। ਜਿਨ ਕੀਤੀ ਸੋ ਮੰਨਣਾ, ਕੋ ਸਾਲ ਜੇ ਵਾਹੇ ਸਾਲੀ। ਵੀ ਕੋਈ ਉਸ ਘਰ ਵਿੱਚ ਵਸਦਾ ਹੈ, ਪਰ ਭਾਵ ਆਪਣੇ ਹਿਰਦੇ ਦੇ ਵਿੱਚ, ਜਿੱਥੋਂ ਸਾਨੂੰ ਮਨ ਦਾ ਗਿਆਨ ਹੋ ਜਾਂਦਾ ਹੈ। ਉਹੀ ਸਾਨੂੰ ਫਿਰ ਗਿਆਨ ਦਿੰਦਾ। ਜਿਸ ਨੇ ਕੀਤਾ ਉਸ ਨੂੰ ਮੰਨਣਾ ਹੈ। ਜਿਵੇਂ ਉਹ ਕਰਦਾ, ਉਵੇਂ ਹੀ ਆਪਾਂ ਆਪਣੇ ਘਰ ਵਿੱਚ ਬਸਣਾ ਹੈ। ਸਾਲ ਕਮਰਾ ਵੀ ਕਹਿ ਸਕਦੇ ਹੈ। ਇੱਕ ਕਮਰਾ, ਇੱਕ ਸਥਾਨ, ਜਿਵੇਂ ਕਿਚਨ ਹੈ। ਇੱਕ ਕਮਰਾ ਜਿੱਥੇ ਸਕੂਲ ਹੁੰਦਾ ਹੈ, ਉੱਥੇ ਵੀ ਇੱਦਾਂ ਹੀ ਆਪਣਾ ਨਿੱਜ ਘਰ ਕਹਿ ਸਕਦੇ ਹਾਂ। ਗਿਆਨ ਦਾ ਘਰ ਕਹਿ ਸਕਦੇ, ਜਿਵੇਂ ਸਕੂਲ ਨੂੰ। ਇੱਦਾਂ ਹੀ ਕਿ ਮੰਨਣਾ ਹੈ, ਕਿਉਂਕਿ 2 ਤਰ੍ਹਾਂ ਦੇ ਜੀਵ, ਜਿਹੋ ਜਿਹਾ ਆਪ ਜਿੱਥੇ ਵਸਦਾ ਹੈ ਜੀਵ, ਉਹੀ ਜਿਹੀਆਂ ਹੀ ਗੱਲਾਂ ਕਰਦਾ ਹੈ। ਧਰਮਰਾਜ ਹੈ ਦੇਵਤਾ,
ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ। ਜਿਹੜੇ ਤ੍ਰੈ ਗੁਣਾਂ ਦੇ ਵਿੱਚ ਨੇ ਉਹ ਤ੍ਰੈ ਗੁਣਾਂ ਦੀਆਂ ਵਿਚਾਰਾਂ ਕਰਦੇ ਨੇ, ਦਲਾਲੀ ਕਰਦੇ ਨੇ। ਜਿਹੜੇ ਸੱਚੇ ਘਰ ਵਿੱਚ ਵਸਦੇ ਨੇ, ਸਤਿਗੁਰ ਆਖੈ ਸੱਚਾ ਕਰੇ ਸਾ ਬਾਤ ਹੋਵੇ ਦਰਹਾਲੀ। ਵੀ ਜਿਹੜਾ ਸੱਚਾ ਹੈ, ਸਤਿਗੁਰ ਆਖਦਾ ਹੈ, ਉਹ ਆਪ ਮਾਲਕ ਕਰਵਾਉਂਦਾ, ਉਸ ਪਰਮੇਸ਼ਰ ਦੇ ਦਰ ਦੀ ਉਸ ਘਰ ਦੀ ਗੱਲ ਕਰਦਾ ਹੈ। ਸੋ ਕਿਉਂਕਿ ਉਸ ਦੇ ਵਿੱਚ ਸਹੀ ਨਹੀਂ ਲੱਗਿਆ, ਇਸ ਕਰਕੇ ਆਪਾਂ ਥੋੜ੍ਹੀ ਵਿਚਾਰ ਕਰਨੀ ਜ਼ਰੂਰੀ ਸਮਝੀ ਹੈ। ਆਹ ਹੁਣ ਆਪਾਂ ਅੱਗੇ ਸ਼ੁਰੂ ਕਰਦੇ ਹਾਂ ਜਿੱਥੋਂ ਆਪਾਂ ਕੱਲ੍ਹ ਵਿਚਾਰ ਸਮਾਪਤ ਕੀਤੀ ਸੀ। 5 ਪੌੜੀਆਂ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਫੇਰ ਵਸਾਇਆ ਫੇਰੂ ਆਨ ਸਤਿਗੁਰ ਖਾਡੂਰ। ਨੇੜੇ ਦਿਸੈ ਮਾਤ ਲੋਕ ਤੁਧ ਸੁਝੈ ਦੂਰ। ਸੰਸਾਰ ਨੂੰ ਮਾਤ ਲੋਕ, ਸੰਸਾਰ ਮਾਤ ਲੋਕ ਹੈ। ਇਹ ਨੇੜੇ ਦਿਸਦਾ ਹੈ, ਪਰ ਜਿਹੜਾ ਹੈ ਪ੍ਰਭੂ ਹੈ ਸਤਿਗੁਰੂ, ਤੈਨੂੰ ਇਹ ਦੂਰ ਦਿਸਦਾ, ਕਿਉਂਕਿ ਤੈਨੂੰ ਪਰਮੇਸ਼ਰ ਨੇੜੇ ਨਜ਼ਰ ਆਉਂਦਾ ਹੈ। ਕਿਉਂਕਿ ਅਸੀਂ ਸਿਰਫ ਮਾਤ ਲੋਕ, ਸਾਡਾ ਸਭ ਤੋਂ ਦੂਰ ਹੈ। ਸਾਨੂੰ ਸਭ ਤੋਂ ਨੇੜੇ ਮਨ ਨੂੰ ਨਿਰੰਕਾਰ ਪ੍ਰਗਟ ਹੋ ਜਾਂਦਾ ਹੈ। ਕਿੰਨਾ ਨੇੜੇ ਹੈ? ਨੇੜੇ ਨਾਹੀ ਦੂਰ, ਨਿਜ ਆਤਮੇ ਰਹਾ ਪ੍ਰਭੂ। ਇਹ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਉਸ ਤੋਂ ਅੱਗੇ ਆਪਾਂ ਸ਼ੁਰੂ ਕਰਦੇ ਹਾਂ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ। ਪਿਓ ਦਾਦੇ ਜੇ ਵੇਹਾ ਪੋਤਾ ਪ੍ਰਵਾਨ। ਹੁਣ ਇੱਥੇ ਤੀਜੇ ਪਾਤਸ਼ਾਹ ਜੀ ਦੀ ਗੱਲ ਆਈ ਹੈ ਕਿ ਗਿਆਨ ਵੀ ਉਹੀ ਹੈ, ਬਸਦਾ ਵੀ ਉਹੀ ਹੈ, ਉਹੀ ਮਾਲਕ ਦਾ ਗਿਆਨ ਹੈ। ਸਾਰਾ ਕੁਛ ਉਸੇ ਸਥਾਨ 'ਤੇ ਬੈਠ ਕੇ ਦਿੱਤਾ ਜਾਂਦਾ ਹੈ ਆਪਣੇ ਘਰ ਦੇ ਵਿੱਚ। ਪਰ ਜਿਹੜਾ ਪਹਿਲਾ ਗਿਆਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਦਿੱਤਾ, ਉਸ ਸਰੀਰ ਦੁਆਰਾ, ਜਿਹੜਾ ਪਹਿਲਾ ਉਹਨਾਂ ਦਾ ਜਾਮਾ ਸੀ। ਫਿਰ ਉਹੀ ਦੂਜੇ ਜਾਮਾ ਜਿਹੜਾ ਭਾਈ ਲਹਿਣਾ ਜੀ ਦੇ ਸਰੀਰ ਦੁਆਰਾ ਗੁਰੂ ਅੰਗਦ ਦੇ ਰੂਪ ਦੇ ਵਿੱਚ ਦਿੱਤਾ। ਫਿਰ ਉਹ ਜਿਹਾ ਹੀ ਗਿਆਨ ਜਿਹੜਾ ਦਿੱਤਾ ਗੁਰੂ ਅਮਰਦਾਸ ਜੀ ਦੇ ਤੀਜੇ ਸਰੀਰ ਦੁਆਰਾ, ਤੀਜੇ ਮਹਿਲ ਦੁਆਰਾ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ। ਪਿਓ ਦਾਦੇ ਜੇ ਵੇਹਾ ਪੋਤਾ ਫਰਮਾਨ। ਬਈ ਇੱਥੇ ਜਿਵੇਂ ਦਾਦਾ ਹੁੰਦਾ, ਪਿਓ ਹੁੰਦਾ, ਫਿਰ ਪੋਤਾ ਹੁੰਦਾ, ਇੱਦਾਂ ਹੀ ਪਰਮੇਸ਼ਰ, ਫਿਰ ਆਤਮਾ, ਫਿਰ ਇਹ ਸਾਡਾ ਮਨ, ਇੱਕੋ ਰੂਪ। ਪ੍ਰਵਾਨ ਹੋਇਆ ਜਾਏ, ਕਿਉਂਕਿ ਗਿਆਨ ਉਹੀ ਸੀ, ਜੋਤ ਉਹੀ ਸੀ, ਜੁਗਤ ਵੀ ਉਹੀ, ਸਕਾਇਆ ਪਲਟੀ। ਜਿਨ ਬਾਸਕ ਨੇਤਰਾ ਕੱਤਿਆ ਕਰਨੇ ਹੀ ਤਾਂ। ਕਿ ਬਲ ਲੈ ਕੇ ਜਿਨ੍ਹਾਂ ਨੇ ਫਿਰ ਇਸ ਨੇਤਰਾ ਪਰਾਤ ਵੀ ਵਿਚਾਰਿਆ ਸੀ। ਨੇਤਰਾ ਇੱਕ ਮਧਾਣੀ ਨੂੰ ਰੱਸੀਆਂ ਪਾ ਕੇ ਜਿਹਦੇ ਨਾਲ ਘਮਾਉਂਦੇ ਸੀ, ਰਿੜਕਦੇ ਸੀ, ਉਸ ਨੂੰ ਵੀ ਨੇਤਰਾ ਕਹਿ ਦਿੰਦੇ ਸੀ। ਅਤੇ ਇੱਥੇ ਨੇਤਰ ਆਪਣੇ ਦ੍ਰਿਸ਼ਟੀ ਵੀ ਹੈ, ਨੇਤਰਾਂ ਦੁਆਰਾ, ਗਿਆਨ ਦੁਆਰਾ। ਵੀ ਜਿਹਨੇ ਆਪਣੇ ਇਹ ਦ੍ਰਿਸ਼ਟੀ ਨੂੰ ਹੀ ਨੇਤਰਾ ਬਣਾ ਕੇ ਅਤੇ ਪਰਮੇਸ਼ਰ ਦਾ ਤਾਨ ਨਾਲ ਫਿਰ ਜਿਹਨੇ ਇਹ ਕੱਲ ਨਾ ਕਾਲੀ ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ। ਜਿਹਨੇ ਫਿਰ ਉਸ ਸਮੁੰਦਰ ਨੂੰ, ਜਿਸ ਦੇ ਵਿੱਚ ਨਾਮ ਅਤੇ ਪੌਣ ਮਿਕਸ ਨੇ ਆਪਸ ਦੇ ਵਿੱਚ, ਉਸ ਨੂੰ ਵਿਰੋਲਿਆ, ਭਾਵ ਉਸ ਨੂੰ ਰਿੜਕਿਆ ਨੇਤਰਾਂ ਦੁਆਰਾ। 14 ਰਤਨ ਨਿਕਾਲਿਆਨ ਕੀਤੋਂ ਚਾਨਣ। ਵੀ ਉਸ ਦੇ ਵਿੱਚੋਂ ਫਿਰ ਰਤਨ ਨਿਕਾਲਿਆ, ਅੰਧੇਰ ਦੇ ਵਿੱਚੋਂ ਪ੍ਰਕਾਸ਼ ਹੋ ਗਿਆ, ਚਾਨਣ ਹੋ ਗਿਆ, ਨਾਮ ਪ੍ਰਗਟ ਹੋ ਗਿਆ, ਨਾਮ ਪ੍ਰਕਾਸ਼। ਘੋੜਾ ਕੀਤੋ ਸਹਿਜ ਦਾ ਜਤ ਕਿਓ ਪਲਾਨ। ਤੇ ਘੋੜਾ ਕਿਹੜਾ ਕੀਤਾ? ਸਹਿਜ ਦਾ, ਚੌਥੇ ਪਦ ਵਿੱਚ। ਮਨ ਦੇ ਵਿੱਚ ਆਪਣਾ ਮਨ ਜਿਹੜਾ ਤਨ ਹੀ ਘੋੜਾ ਹੈ, ਲੇਕਿਨ ਇਸ ਦੇ ਵਿੱਚ ਚੌਥਾ ਪਦ ਜਿਹੜਾ ਹੈ, 10ਵਾਂ ਦੁਆਰ ਜਿਹਨੂੰ ਕਹਿੰਦੇ, ਵੀ ਉੱਥੇ ਦਾ ਗਿਆਨ ਲੈ ਕੇ ਸਹਿਜ ਦਾ, ਅਤੇ ਉਸ ਦੇ ਉੱਤੇ ਜਤ ਦਾ ਇੱਕ
ਗੁਰ ਦਾ ਗਿਆਨ ਲੈ ਕੇ ਉਸ ਦਾ ਜੱਤ ਦਾ ਪਲਾਨ ਪਾ ਲਿਆ, ਭਾਵ ਘੋੜੇ ਦੇ ਉੱਤੇ ਪੱਟ ਕਾਠੀ ਪਾ ਲਈ। ਤਨਕ ਚੜਾਇਓ ਸੱਤ ਦਾ, ਜਿਵੇਂ ਸ਼ਿਕਾਰੀ ਹੈ ਘੋੜੇ ਤੇ ਚੜ੍ਹ ਕੇ ਕਾਠੀ ਪਾ ਕੇ ਸ਼ਿਕਾਰ ਕਰਦਾ ਹੈ ਧਨੁੱਖ, ਇੱਦਾਂ ਹੀ ਕਹਿੰਦੇ ਧਨੁੱਖ ਕਿਹੜਾ ਲਿਆ, ਸਹਿਜ ਦਾ ਘੋੜਾ ਸਹਿਜ ਦਾ ਕੀਤਾ ਤਿਆਰ, ਜੱਤ ਦਾ ਉੱਪਰ ਕਾਠੀ ਪਾ ਲਈ, ਤੇ ਫਿਰ ਧਨੁੱਖ ਜਿਹੜਾ ਚੜਾਇਆ ਉਹ ਸੱਤ ਦਾ, ਤੇ ਪਰਮੇਸ਼ਰ ਦੇ ਜਸ ਦਾ ਸਿਫਤ ਸਲਾਹ ਦਾ ਉਹਦੇ ਤੇ ਬਾਣ ਚੜਾ ਲਿਆ। ਧਨੁੱਖ ਤੇ ਜਿਹੜਾ ਬਾਣ ਚੜਾਇਆ ਧਨੁੱਖ ਦੁਆਰਾ ਬਾਣ, ਉਹ ਕਿਹੜਾ, ਪ੍ਰਭੂ ਦੇ ਜਸ ਦਾ ਸਿਫਤ ਸਲਾਹ ਦਾ। ਕਲ ਵਿੱਚ ਤੂੰ ਅੰਧਾਰ ਸਾ ਚੜਿਆ ਹੈ ਬਾਣ, ਕਹਿੰਦੇ ਉਸ ਦੇ ਦੁਆਰਾ ਫਿਰ ਕੀ ਹੋਇਆ, ਇਹ ਕਲਯੁਗ ਦੇ ਵਿੱਚ ਅਗਿਆਨਤਾ ਦਾ ਅੰਧੇਰਾ ਸੀ, ਤੇ ਫਿਰ ਮਾਨੋ ਸੂਰਜ ਚੜ ਗਿਆ, ਭਾਵ ਅੰਧੇਰਾ ਦੂਰ ਹੋ ਗਿਆ। ਭਾਣ ਸੂਰਜ ਚੜਿਆ ਰਿਹਾ ਵੀ ਹੁਣ ਸੂਰਜ ਨਿਕਲ ਗਿਆ, ਅੰਧੇਰਾ ਦੂਰ ਹੋ ਜਾਂਦਾ। ਇੱਦਾਂ ਹੀ ਜਦੋਂ ਸਹਿਜ ਦਾ ਘੋੜਾ ਕਰਕੇ ਜੱਤ ਦਾ ਉੱਤੇ ਕਾਠੀ ਪਾ ਕੇ ਸੱਚ ਦਾ ਧਨੁੱਖ ਲੈ ਕੇ ਤੇ ਫਿਰ ਪ੍ਰਭੂ ਦੀ ਸਿਫਤ ਸਲਾਹ ਦਾ ਬਾਣ, ਜਸ ਦਾ ਬਾਣ ਚਲਾਇਆ, ਤੇ ਫਿਰ ਅਗਿਆਨਤਾ ਦਾ ਅੰਧੇਰਾ ਕਲਯੁਗ ਦੇ ਵਿੱਚ ਦੂਰ ਹੋ ਕੇ ਗਿਆਨ ਦਾ ਸੂਰਜ ਚੜ ਪਿਆ, ਪ੍ਰਕਾਸ਼ ਦਾ ਸੂਰਜ ਚਾਨਣ ਹੋ ਗਿਆ। ਇਹ ਜੀਵ ਦੇ ਅੰਦਰ ਆਪਣੇ ਹਿਰਦੇ ਦੀ ਗੱਲ ਚੱਲਦੀ ਹੈ। ਸੱਤੋ ਖੇਤ ਜਮਾਇਓ ਸੱਤੋ ਸ਼ਾਬਾਨ, ਵੀ ਸੱਚ ਦਾ ਖੇਤ ਜਮਿਆ ਆ, ਤੇ ਸੱਚ ਦੇ ਉੱਪਰ ਛਾਂ ਹੋ ਗਈ, ਰਾਖੀ ਹੋ ਗਈ। ਨਿਤ ਰਸੋਈ ਤੇਰੀ ਹੈ ਕਿਉਂ ਮੈਦਾ ਖਾਣ, ਹੁਣ ਉਸ ਰਸੋਈ ਹੋਈ ਜਿੱਥੇ ਆਪਣਾ ਹਿਰਦਾ ਹੈ, ਜਿਹਦੇ ਵਿੱਚ ਇਹ ਭੋਜਨ ਹੈ। ਜਿਵੇਂ ਰਸੋਈ ਦੇ ਵਿੱਚ ਭੋਜਨ ਤਿਆਰ ਹੁੰਦਾ ਹੈ, ਇੱਦਾਂ ਆਪਣੇ ਅੰਦਰ ਭੋਜਨ ਕਿੱਥੇ ਤਿਆਰ ਹੁੰਦਾ ਹੈ, ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ, ਜਿਨ ਜਿਨ ਗੁਰੂ ਮਨਾਇਆ ਰਜ ਰਜ ਸੇ ਖਾਏ। ਇਸ ਕਰਕੇ ਫਿਰ ਤੀਜੇ ਪਾਤਸ਼ਾਹ ਜੀ ਦੀ ਸੰਗਤ ਦੇ ਵਿੱਚ ਵੀ ਜਦੋਂ ਜੀਵ ਆਉਂਦੇ, ਫਿਰ ਉੱਥੇ ਗੁਰ ਦੇ ਗਿਆਨ ਦਾ ਭੋਜਨ ਲੈਂਦੇ। ਮਨ ਨੂੰ ਭੋਜਨ ਮਿਲਦਾ, ਜਿਵੇਂ ਸੰਸਾਰ 'ਚ ਆਪਾਂ ਜਾਂਦੇ ਲੰਗਰ ਦੇ ਵਿੱਚ ਘਿਓ ਮੈਦਾ ਮਠਿਆਈਆਂ ਬਣਾ ਲੈਂਦੇ, ਇੱਦਾਂ ਉੱਥੇ ਕਿਹੜਾ ਮਨ ਦੇ ਵਾਸਤੇ ਗੁਰ ਦਾ ਲੰਗਰ। ਪਹਿਲਾਂ ਵੀ ਆਪਾਂ ਵਿਚਾਰ ਕੇ ਆਏ ਹਾਂ। ਚਾਰੇ ਕੁੰਡਾ ਸੂਝਿਓਸ ਮਨ ਮਹਿ ਸ਼ਬਦ ਪਰਵਾਨ, ਕਹਿੰਦੇ ਚਾਰੇ ਕੁੰਡਾ, ਚਾਰੇ ਦਿਸ਼ਾਵਾਂ ਦਾ ਭੇਤ ਆ ਗਿਆ, ਜਾਂ ਚਾਰ ਪਦਾਂ ਦਾ ਭੇਤ ਆ ਗਿਆ, ਤ੍ਰੈ ਭਵਨਾਂ ਤੇ ਚੌਥੇ ਪਦ ਦਾ ਸੋਝੀ ਆ ਗਈ। ਕਦੋਂ? ਜਦੋਂ ਮਨ ਦੇ ਵਿੱਚ ਸ਼ਬਦ ਬਸ ਗਿਆ, ਜਦੋਂ ਮਨ ਸ਼ਬਦ ਨੂੰ ਸੁਣ ਕੇ ਮਨ ਦੇ ਵਿੱਚ ਵਸਾ ਲਿਆ, ਪ੍ਰਵਾਨ ਹੋ ਗਿਆ, ਕਿਉਂਕਿ ਅਗਿਆਨਤਾ ਦੂਰ ਹੋ ਗਈ, ਸਾਰੀ ਸੋਝੀ ਹੋ ਗਈ। ਗੁਰ ਸ਼ਬਦ ਲੰਗਰ ਕਿਹੜਾ ਸੀ? ਗੁਰ ਸ਼ਬਦ ਦਾ। ਆਵਾ ਗਾਉਣ ਨਿਵਾਰਿਓ ਕਰ ਨਦਰ ਨਿਸ਼ਾਨ, ਇੱਦਾਂ ਕਹਿੰਦੇ ਆਵਾ ਗਾਵਣ ਖਤਮ ਹੋ ਗਿਆ, ਨਦਰ ਹੋ ਗਈ, ਗਿਆਨ ਦਾ ਸੁਰਮਾ ਨੇਤਰਾਂ 'ਚ ਪਾ ਲਿਆ, ਤੇ ਉਹ ਸ਼ਬਦ ਦੀ ਸੋਝੀ ਹੋ ਗਈ, ਪ੍ਰਕਾਸ਼ ਦੀ ਸੋਝੀ ਹੋ ਗਈ, ਤੇ ਆਵਾ ਗਾਵਣ ਖਤਮ ਹੋ ਗਿਆ। ਅਵਤਰਿਆ ਅਵਤਾਰ ਲੈ ਸੋ ਪੁਰਖ ਸੁਜਾਨ, ਕਹਿੰਦੇ ਆਪ ਵੀ ਤਰ ਗਿਆ, ਜੋ ਸੰਗਤ 'ਚ ਆਇਆ ਉਸ ਨੂੰ ਵੀ ਤਾਰ ਲਿਆ। ਕਿਸੇ ਨੇ, ਉਸ ਮਾਲਕ ਨੇ ਦਇਆ ਕੀਤੀ। ਸੋ ਪੁਰਖ ਸੁਜਾਨ, ਉਹ ਪੁਰਖ ਸੁਜਾਨ ਨੇ ਆਪ ਵੀ ਤਰਿਆ, ਤੇ ਜੋ ਵੀ ਆਇਆ ਹੋਰਾਂ ਨੂੰ ਵੀ ਤਾਰ ਲਿਆ, ਗਿਆਨ ਦੇ ਕੇ, ਗੁਰ ਦੇ ਗਿਆਨ ਦੁਆਰਾ। ਚੱਖੜ ਬਾਉ ਨਾ ਡੋਲਈ ਪਰਵਤ ਮੇਰਾਨ, ਕਹਿੰਦੇ ਅਵਸਥਾ ਕਿਹੋ ਜਿਹੀ ਹੋ ਗਈ ਕਿ ਕੁਛ ਵੀ ਝੱਖੜ ਬਾਉ ਜਿਵੇਂ ਆਉਂਦਾ ਹੈ, ਆਪਾਂ ਦੇਖਦੇ ਹਾਂ ਹਨੇਰੀ ਆਉਂਦੀ, ਝੱਖੜ ਆਉਂਦਾ, ਹਵਾ ਆਉਂਦੀ ਹੈ, ਕੀ ਡੋਲਦੇ ਨੇ? ਦਰਖਤ ਝੂਲਦੇ ਨੇ, ਸਭ ਕੁਛ ਡੋਲਦਾ, ਲੇਕਿਨ ਪਰਵਤ ਨਹੀਂ ਡੋਲਦਾ, ਪਰਵਤ ਨਹੀਂ ਹਿੱਲਦਾ। ਇੱਦਾਂ ਹੀ ਸਹਿਜ ਜਿਹੜਾ ਹੈ ਚੌਥਾ ਪਦ ਹੈ, ਚੌਥੇ ਪਦ ਵਿੱਚ ਜਦੋਂ ਮਨ ਟਿਕ ਜਾਂਦਾ ਹੈ, ਫਿਰ
फिर वो अडोल हो जाता है। चाहे कोई भी संसार दे विच दुख सुख खुशी गमी घाटे वाधे जिंदगी च आउंदे, लेकिन मन अडोल हो जाता है। इत्थे किहड़े चक्कर हवा किहड़ी है, ये दुख सुख खुशी गमी लाभ हानि मान अपमान, ये चीज़ां निंदा उस्तत, ये सारा कुछ पर मन क्योंकि परमेश्वर नाल जुड़ जाता है, नाम नाल जुड़ जाता है, परमेश्वर नूं परवत गया है। जिन्नी दर मन तन नाल जुड़िया है, ये 9 दरां ते वसदा है। तन नूं तरवर कहा है, दरख्त कहा है, ते हवा आउंदी दरख्त झूलदा, इहदे उत्ते मन बैठा हुंदा। जिवें अपने दरख्त दे उत्ते कोई पंछी बैठा होवे, हनेरी आउंदी दरख्त झूलदा, नाल पंछी भी झूलदा है। इदां जिन्नी देर मन साडा 9 दरां तक है, मन डोलदा है। ते जदों चौथे पद विच वासा हो जांदा, टिका हो जांदा, उत्थे डोलदा नहीं। इदां ही तीजे पातशाह जी दे इत्थे समझाउंदे ने कि कुछ भी आवे पर वो पर्वत दी तरह अडोल हो गया। जिवें मेर पर्वत हुंदे ने, मेर भी पर्वत नूं कह दिता है। कहंदे मन उन्हां दा अडोल हो गया है, वो डोलदे नहीं हुण। जाने बिरथा जी की जानी हूँ जान। कहंदे जान ली उसने मन की बिरथा नूं जान लिया है, क्योंकि वो जाननहार है। उसनूं परमेश्वर ने जना दिता है सारा कुछ। क्या सलाही सच्चे पातशाह, जा तू सुगड़ सो जान। तो हुण इत्थे समझाउंदे ने कि हे सच्चे पातशाह, क्या तेरी सेव सलाह करिए, तू तां सारा सुगड़ सुजान है, तू सब कुछ जानदा है। सच्ची उसकी सिव सलाह करके भी क्या भी असी क्या करिए, क्योंकि तू तो सब कुछ जानी जान है, परमेश्वर जानी जान है। जो उसदे विच नाल जुड़ गया वो भी जानी जान है। दान जे सतगुर भाव सी सो सत्ते दान। कहंदे जो फिर सतगुरु नूं पाउंदा है ਉਹੀ सच्चा दान फिर वो बख्शिश करते ने। नानक हंदा सतर सिर उम्मत हैरान। ते समझाउंदे ने कि वो ऐसा ज्ञान बख्शिश करते ने, सच दा ज्ञान, सच दा दान, कि उस पर गुरु साहिबां दे सिर ते छतर, ਉਹੀ छतर एक दिखावे दे छतर ने, एक परमेश्वर दा छतर जिहड़ा है। कहंदे सारी उम्मत हैरान है उन्हां दे ज्ञान तो, उन्हां दे जो ज्ञान द्वारा जीवां दे मन दे विच तब्दीली आ जाती, दृष्टि दे विच तब्दीली आउंदी। सारी उम्मत हैरान। सो टिक्का सो बहना सोई दीवान। फिर वो सारिਆਂ ਨੂੰ गुरु साहब ते विश्वास हुंदा कि जिवें, क्योंकि पहला भी संगत कीती हुंदी, गुरु नानक साहब जी की संगत कीती हुंदी, वो ज्ञान उदों, अज आपां भुले हाँ, लेकिन उदों वो ज्ञान प्रगट हो गया सी। जो गुरु नानक साहब जी की संगत च गया प्राप्ति हुंदी सी, उही फिर जदों गुरु अंगद साहब जी की संगत च गए, क्योंकि ज्ञान भी उही सी, सारा कुछ टिक्का भी उही, बहना भी उही, भी किवें किवें कित्थे ध्यान लग टिकाउणा है मन नूं, सारा कुछ उही। ते संगत हैरान सी। प्यो दादे जे बेहा पोतरा परवान। कहंदे उही जिवें गुरु नानक साहब, उवें गुरु अंगद देव जी, उवें फिर गुरु अमरदास जी। धन धन रामदास गुर जिन सिरिया तिन सवारिया। फिर उन्हां तो बाद रामदास जी चौथे पातशाह जी कहंदे फिर जिवें उन्हां नूं सिरिया तिन गुरु साहिबाना, ते उवें फिर रामदास जी नूं धन धन रामदास गुर। क्यों रामदास गुर? गुर है ज्ञान। जिन सिरिया तिन सवारिया, जिसने सिरिया उसने ही सवारिया है। क्योंकि कौन है सारा? वो मालक आप। उसने गुरु नानक साहब जी नूं कृपा कीती, फिर भाई लैणे द्वारा गुरु अंगद दे रूप दे विच, फिर गुरु अमरदास जी दे
रूप दे विच। हुण गुरु रामदास जी पूरी हुई करामात आप सिरजनहारे तारिया। आप ही सिरजनहारे प्रभु ने अपनी किरपा की, आप सवारिया ते आप सिरजनहारे ने उन्हां ते अपना हथ तारिया, आप किरपा की ते वो जो उही ज्ञान पूरी हुई। सिक्खी अते संगति पार ब्रह्म करना नमस्कारिया। फिर संगतां ने सिखां नूं जो ज्ञान दिता, वही ज्ञान सी कि पार ब्रह्म परमेश्वर नूं किवें आपां नमस्कार करनी है। पार ब्रह्म कित्थे सी? उन्हां दे हिरदे दे विच सी, सारिआं दे हिरदे विच वसदा है। क्योंकि उस अवस्था जिवें आपां पढ़दे हां सुखमनी साहिब दी बाणी दे विच भी रामदास दी अवस्था कदों हुंदी है? जिसकै मन पार ब्रह्म का निवास, तिसका नाम सतराम दास। आत्म राम तिस नदरी आया, दास दसंतन पाए तिन पाया। हुण उन्हां आप ही हिरदे दे विच पार ब्रह्म है। आप भी नमस्कार करदे, सिखां नूं संगतां नूं दसदे भी आपां किवें नमस्कार करना। कि सिख दो रूप हुंदे ने, सिख अते संगत। रामदास जी जो भी गुरु साहिबान हुंदा, जो भी उस समय उस मालक दा ज्ञान देंदा है, देंदे सी, उसे दा रूप सी। क्योंकि सिखां नूं ज्ञान हो गया सी कि एक शरीर दे विच कौन बस के ये ज्ञान करवाउंदा है। हिरदे दे विच बसा हो जाता है पर ब्रह्म दा। अटल अथा अतोल तू तेरा अंत न पारा बारिया। उस अटल अथा अतोल जिसका कोई अंत नहीं, जिसका कोई पारावार नहीं है। क्योंकि शरीर तो एक मिथ्या है सारियां दा, लेकिन शरीर 9 द्वारां दा नहीं 10 द्वारां दा है। इस करके जदों मालिक किरपा करदा 10वां द्वार बेअंत है, जिस दे हिरदे दे विच मालिक वस जांदा है। ते फिर उस काल पुरख की सिर्फ सलाह करते ने कि अटल है, अथा है, अतोल है, तेरा कोई अंत नहीं, तेरा कोई पारावार नहीं है। जिन्नी तू सेव्या पाओ कर, से तुद पार उतारे। जिन्हां ने भी तैनू पाओ करके प्रेम करके सेव्या है, उन्हां नू तू पार उतार देता है। किस नू सेव्या? सतगुरु नू। सतगुर की है बचन, जो रामदास धन गुरु रामदास जी महाराज द्वारा ज्ञान दिता जाता, बचन दिता जाता। उस वचन नू जिन्हां ने सेव्या, उन्हां नू पार उतार दिता। क्योंकि गुरु साहिबाना ने किते शरीर की उपमा नहीं की, शरीर दे नाल जुड़नों नहीं किया। क्योंकि शरीर एक कपड़ा है, एक माया है, मिथ्या है। इस करके ज्ञान दे नाल जुड़िया है, बचन दे नाल जुड़िया है। लभ लोभ काम क्रोध मोह मार कड्डे तुद सब परवारिया। कैसी किरपा की अंदरों जीवां दे लोभ लालच नूं, मोह लालच लोभ काम क्रोध मोह, ये सब कुछ ही कढ़ देते। हंकार अंदरों कढ़ के मारिया। सारियां दे जो भी आया, जिन्हां नूं ज्ञान दिता, ज्ञान जिन्हां ने पाओ करके सेविया, सतगुर की सेवा की, पार ब्रह्म की जिन्हां सेवा की, उन्हां दे अंदरों ये सारे पंजां दुष्टां नूं कढ़ मारिया। धन सु तेरा थान है, सच तेरा पैसकारिया। भी तेरा थान धन है, तेरा दिता ज्ञान सच्चा है, सच तेरा पैसकारिया। नानक तू लैना, तू है गुर अमर तू विचारिया। ते सिखां ने फिर संगतां ने की विचार की थी कि तू नानक भी तू ही है, लैना भी तू है,
ਤੇ ਗੁਰੂ ਅਮਰ ਵੀ ਤੂੰ ਹੀ। ਹੁਣ ਚੌਥੇ ਆਪਾਂ ਕਹਿ ਲਈਏ ਚੌਥੀ ਕਾਇਆ ਦੇ ਵਿੱਚ ਵੀ ਉਹੀ ਪਰਮੇਸ਼ਰ ਨਾਨਕ ਹੀ ਚੌਥੇ ਰੂਪ ਦੇ ਵਿੱਚ ਨੇ, ਚੌਥੇ ਕਾਇਆ ਦੇ ਵਿੱਚ, ਚੌਥੇ ਸਰੀਰ ਦੇ ਵਿੱਚ ਗਿਆਨ ਦੇ ਰਹੇ ਹਨ। ਇਹ ਫਿਰ ਸਾਰਿਆਂ ਨੇ ਵਿਚਾਰਿਆ। ਗੁਰ ਡਿਠਾ ਤਾਂ ਮਨ ਸੁਧਾਰਿਆ। ਪਰ ਕਦੋਂ? ਜਦੋਂ ਗੁਰ ਦਾ ਗਿਆਨ ਲਿਆ। ਗੁਰ ਡਿਠਾ, ਉਹੀ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ, ਉਹੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਦਿੱਤਾ, ਉਹੀ ਗੁਰੂ ਅਮਰਦਾਸ ਜੀ ਨੇ ਦਿੱਤਾ, ਉਹੀ ਗੁਰ ਫਿਰ ਰਾਮਦਾਸ ਜੀ ਨੇ ਦਿੱਤਾ। ਜਦੋਂ ਉਹਨਾਂ ਗੁਰ ਲਿਆ, ਉਹਨਾਂ ਤੋਂ ਮਨ ਦਾ ਸੋਝੀ ਹੋਈ, ਮਨ ਦਾ ਗਿਆਨ ਹੋਇਆ। ਫਿਰ ਦੱਸਿਆ ਕਿ ਤੂੰ ਹੀ ਗੁਰੂ ਨਾਨਕ ਸੀ, ਤੂੰ ਹੀ ਲੈਣਾ ਸੀ, ਤੂੰ ਹੀ ਅਮਰਦਾਸ ਤੇ ਹੁਣ ਰਾਮਦਾਸ। ਇੱਕ ਹੀ ਹੈ, ਜੋਤ ਉਹੀ ਹੈ, ਗਿਆਨ ਉਹੀ ਹੈ, ਟਿੱਕਾ ਉਹੀ ਹੈ, ਬਹਿਣਾ ਉਹੀ ਹੈ, ਸਭ ਕੁਛ ਉਹੀ ਹੈ। ਇੱਕ ਪੌੜੀ ਹੈ, ਸਮਾਪਤ ਹੋ ਜਾਏਗੀ। ਆਓ ਆਪਾਂ ਵਿਚਾਰ ਹੀ ਲੈਂਦੇ ਹਾਂ। ਚਾਰੇ ਜਾਗੇ ਚੌ ਜੁਗੀ ਪੰਚੈਨ ਆਪੇ ਹੋਆ। ਫਿਰ ਅੱਗੇ ਪੰਜਵੇਂ ਪਾਤਸ਼ਾਹ ਜੀ, ਪੰਜਵੇਂ ਜਾਮਾ ਕਹਿ ਲਈਏ, ਪੰਜਵੀਂ ਕਾਇਆ ਕਹਿ ਲਈਏ, ਆਪ ਹੀ ਫਿਰ ਗੁਰੂ ਅਰਜਨ ਦੇਵ ਜੀ ਦੇ ਰੂਪ ਦੇ ਵਿੱਚ ਉਸ ਕਾਇਆ ਦੁਆਰਾ ਆਪ ਹੀ ਗਿਆਨ ਦੇਣਾ ਸ਼ੁਰੂ ਕੀਤਾ। ਆਪ ਹੀ ਨੇ ਆਪ ਸਾਜੇ ਹੁਣ ਆਪੇ ਹੀ ਥੰਮ ਖਲੋਆ। ਆਪ ਹੀ ਉਹਨਾਂ ਨੂੰ ਸਾਜਿਆ, ਆਪ ਹੀ ਉਹਨਾਂ ਦੇ ਹਿਰਦੇ ਦੇ ਵਿੱਚ ਪ੍ਰਗਟ ਹੋ ਕੇ ਬਸ ਗਿਆ, ਖਲੋ ਗਿਆ। ਆਪੇ ਪੱਟੀ ਕਲਮ ਆਪ ਲਿਖਣ ਹਾਰਾ ਹੋਇਆ। ਪੱਟੀ ਵੀ ਆਪ, ਕਲਮ ਵੀ ਆਪ, ਤੇ ਲਿਖਣ ਵਾਲਾ ਵੀ ਆਪ। ਲੱਗਦਾ ਸੀ ਕਿ ਇਹ ਸਰੀਰ ਕਰ ਰਿਹਾ ਹੈ, ਕਿਉਂਕਿ ਉਹਨਾਂ ਦੇ ਹਿਰਦੇ 'ਚ ਬਸ ਗਿਆ। ਲੇਕਿਨ ਦਿੰਦਾ ਕੌਣ ਸੀ ਗਿਆਨ? ਆਪ। ਦਿੰਦਾ ਵੀ ਕਿੱਥੇ ਸੀ? ਹਿਰਦੇ ਦੇ ਵਿੱਚ, 9 ਦਰਾਂ ਤੋਂ ਅੱਗੇ। ਉੱਥੇ ਪੱਟੀ ਵੀ ਆਪ ਹੈ ਜਿਸ 'ਤੇ ਲਿਖਦਾ ਹੈ, ਉੱਥੇ ਕਲਮ ਵੀ ਆਪ ਤੇ ਲਿਖਣ ਵਾਲਾ ਵੀ ਆਪ ਹੈ। ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ। ਕਹਿੰਦੇ ਸਾਰੀ ਸੰਗਤ ਉਮਤ ਪੀੜ ਆਉਂਦੀ ਜਾਂਦੀ ਹੈ, ਆਪ ਰੋਜ਼ ਨਵਾਂ ਨਿਰੋਆ ਹੈ। ਆਪ ਹੀ ਪਰਮੇਸ਼ਰ ਪੰਚਵੇਂ ਪਾਤਸ਼ਾਹ ਜੀ ਦੁਆਰਾ ਆਪ ਗਿਆਨ ਦੇ ਰਿਹਾ ਹੈ। ਉਹੀ ਗੁਰੂ ਨਾਨਕ ਦੇ ਰੂਪ ਦੇ ਵਿੱਚ, ਉਹੀ ਗੁਰੂ ਅੰਗਦ ਦੇ ਰੂਪ ਵਿੱਚ, ਉਹੀ ਗੁਰੂ ਅਮਰਦਾਸ ਜੀ ਦੇ ਰੂਪ 'ਚ, ਉਹੀ ਰਾਮਦਾਸ ਜੀ ਦੇ ਰੂਪ 'ਚ, ਉਹੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਰੂਪ ਦੇ ਵਿੱਚ। ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ। ਤਖਤ 'ਤੇ ਬੈਠਾ ਹੈ ਹੁਣ ਪੰਜਵੇਂ ਰੂਪ ਦੇ ਵਿੱਚ ਗੁਰੂ ਅਰਜਨ ਦੇਵ ਜੀ, ਗੁਰੂ ਦੇ ਰੂਪ ਦੇ ਵਿੱਚ। ਲੇਕਿਨ ਕੌਣ ਸਾਜਣ ਵਾਲਾ? ਕੌਣ? ਆ ਪਰਮੇਸ਼ਰ। ਤੇ ਸਤਿਗੁਰ ਦਾ ਖਿਵੈ ਚੰਦੋਆ, ਉਹੀ ਸੁਖ ਚੰਦੋਆ ਫਿਰ ਜਿਹੜਾ ਛਤਰ ਹੈ, ਚੰਦੋਆ ਕਹਿ ਦਿੰਦੇ ਹਾਂ ਕਿ ਉਸ ਮਾਲਕ ਦਾ ਉਸ ਦੇ ਸਿਰ 'ਤੇ ਛਤਰ ਹੈ, ਚੰਦੋਆ ਹੈ। ਉਗਵਣੋਂ ਤੇ ਆਥਵਣੋਂ ਚੌ ਚੱਕੀ ਕੀਆਂ ਲੋਆ। ਸਵੇਰੇ ਸੂਰਜ ਨਿਕਲਣ ਤੋਂ ਲੈ ਕੇ ਸ਼ਾਮ ਤੱਕ, ਆਥਣ ਤੱਕ, ਚਾਰੇ ਪਾਸੇ ਚੌ ਚੱਕ ਕਹਿ ਦਿੰਦੇ ਸੀ ਸਥਾਨ ਨੂੰ। ਇੱਕ ਪਾਸਾ, ਦੋ ਪਾਸਾ, ਜਿਵੇਂ ਇੱਕ ਇਲਾਕੇ ਨੂੰ ਚੱਕ ਕਹਿ ਦਿੰਦੇ। ਜਿਵੇਂ ਪਾਕਿਸਤਾਨ ਦੇ ਵਿੱਚ ਸੁਣਦੇ ਹਾਂ ਕਿ ਇੰਨੇ ਨੰਬਰ ਚੱਕ, ਇੰਨੇ ਨੰਬਰ ਚੱਕ, ਇੱਦਾਂ ਭਾਵ ਇੱਥੇ ਚਾਰੇ ਪਾਸੇ ਲੋਹਾ ਕਹਿ ਦਿੰਦੇ ਚਾਨਣ ਨੂੰ, ਪ੍ਰਕਾਸ਼ ਨੂੰ। ਕਿ ਪਰਮੇਸ਼ਰ ਦੀ ਸਿਫਤ ਸਲਾਹ ਗਿਆਨ ਸਵੇਰ ਤੋਂ ਲੈ ਕੇ ਸ਼ਾਮ ਤੱਕ, ਜਿਵੇਂ ਸੰਸਾਰ ਦੇ ਵਿੱਚ ਸੂਰਜ ਚੜ੍ਹਨ ਤੋਂ ਸ਼ਾਮ ਤੱਕ ਚਾਨਣ ਰਹਿੰਦਾ ਹੈ, ਇੱਦਾਂ ਹੀ ਪੰਚਮ ਪਾਤਸ਼ਾਹ ਜੀ ਗਿਆਨ ਦੁਆਰਾ ਇਹ ਪ੍ਰਕਾਸ਼ ਲੋਕਾਂ ਨੂੰ ਅਗਿਆਨਤਾ ਦੂਰ ਕਰਦੇ ਸੀ, ਗਿਆਨ ਬਖਸ਼ਿਸ਼ ਕਰਦੇ ਸੀ। ਜਿਨੀ ਗੁਰੂ ਨਾ ਸੇਵਿਓ ਮਨ ਮੁਖਾ ਪਿਆ ਮੁਆ। ਪਰ ਜਿਨ੍ਹਾਂ ਨੇ ਗੁਰੂ ਦੀ ਸੇਵਾ ਨਹੀਂ ਕੀਤੀ, ਗੁਰੂ ਦੀ ਸੇਵਾ ਕੀ ਸੀ? ਕਿ ਉਸ ਗਿਆਨ ਨੂੰ, ਜੋ ਗਿਆਨ ਦਿੰਦੇ ਸੀ, ਉਸ ਨੂੰ ਕਮਾਉਣਾ। ਕੋਈ ਸਰੀਰਕ ਸੇਵਾ ਨਹੀਂ ਸੀ, ਕਿਉਂਕਿ ਸਰੀਰ ਕਰਕੇ ਗੁਰੂ ਨਹੀਂ ਕਦੇ ਵੀ ਹੋਇਆ, ਕਿਉਂਕਿ ਗੁਰੂ ਅਮਰ ਹੈ।
ਸਰੀਰ ਬਦਲਦੇ ਨੇ। ਇਸ ਕਰਕੇ ਉਹਨਾਂ ਦੀ ਸੇਵਾ ਕਿਹੜੀ ਸੀ? ਜੋ ਬਚਨਾਂ ਨੂੰ ਕਮਾਉਂਦੇ ਸੀ। ਜਿਨ੍ਹਾਂ ਨੇ ਉਹਨਾਂ ਦੇ ਬਚਨਾਂ ਨੂੰ ਕਮਾਇਆ ਨਹੀਂ, ਸੇਵਾ ਨਹੀਂ ਕੀਤੀ, ਗੁਰੂ ਨੂੰ ਗੁਰੂ ਬਣਾ ਕੇ ਸੇਵਾ ਨਹੀਂ ਕੀਤੀ, ਤੇ ਕਹਿੰਦੇ ਫਿਰ ਉਹ ਮਨਮੁਖ, ਇਹ ਸਮਝ ਲਓ ਕਿ ਉਹ ਆਪਣੇ ਜੀਵਨ ਨੂੰ ਹਾਰ ਗਏ, ਉਹਨਾਂ ਦੀ ਮੌਤ ਹੋ ਗਈ। ਆਤਮਿਕ ਮੌਤ, ਜਿਹਨੂੰ ਆਪਾਂ ਮਨ ਦੀ ਮੌਤ ਕਹਿੰਦੇ ਹਾਂ। ਦੂਣੀ ਚਾਵਣੀ ਕਰਾਮਾਤ ਸੱਚੇ ਕਾ ਸੱਚਾ ਲੋਹਾ। ਕਿਉਂਕਿ ਜਿਨ੍ਹਾਂ ਗਿਆਨ ਲੈ ਲਿਆ, ਜਿਨ੍ਹਾਂ ਨੇ ਉਸ ਪਰਮੇਸ਼ਰ ਦਾ ਆਸਰਾ ਤੱਕ ਲਿਆ, ਸੱਚੇ ਦਾ ਸੱਚਾ ਆਸਰਾ ਤੱਕ ਲਿਆ, ਉਹਨਾਂ ਨੂੰ ਫਿਰ ਅੱਜ ਦੂਣੀ, ਕੱਲ੍ਹ 4 ਗੁਣਾ, ਇੱਦਾਂ ਉਹਨਾਂ ਨੂੰ ਉਸ ਮਾਲਕ ਦੇ ਪ੍ਰਕਾਸ਼, ਮਿਲਾਪ, ਆਨੰਦ ਪ੍ਰਾਪਤ ਹੋਇਆ। ਪਰ ਜਿਨ੍ਹਾਂ ਨੇ ਸੇਵਿਆ ਨਹੀਂ, ਉਹਨਾਂ ਦੀ ਉਹ ਅੱਗੇ ਨਹੀਂ ਚੱਲ ਸਕੇ। ਉਹਨਾਂ ਦੀ ਅਗਿਆਨਤਾ ਕਾਰਨ ਫਿਰ ਮਨ ਜੋਤ ਪ੍ਰਗਟ ਨਹੀਂ ਹੋ ਸਕੀ। ਚਾਰੇ ਜਾਗੇ ਚੌ ਜੁਗੀ, ਪੰਚੈਨ ਆਪੇ ਹੋਆ। ਕਹਿੰਦੇ ਹੁਣ ਫਿਰ ਸਾਰੇ ਪਾਸੇ, ਜਿਵੇਂ ਗੁਰੂ ਨਾਨਕ ਸਾਹਿਬ ਜੀ 4 ਗੁਰੂ ਸਾਹਿਬਾਨਾਂ ਦੁਆਰਾ ਫਿਰ ਆਪੇ ਹੀ ਪੰਚਮ ਪਾਤਸ਼ਾਹ ਦੇ ਵਿੱਚ ਫਿਰ ਪ੍ਰਗਟ ਹੋ ਗਿਆ। ਜਿਵੇਂ 4 ਯੁਗਾਂ ਤੋਂ ਗੁਪਤ ਹੋਇਆ, ਪ੍ਰਗਟ ਹੋ ਜਾਂਦਾ ਹੈ, ਇੱਦਾਂ ਹੀ ਫਿਰ ਆਪ ਮਾਲਕ ਪੰਚਮ ਪਾਤਸ਼ਾਹ ਜੀ ਦੁਆਰਾ ਪ੍ਰਗਟ ਹੋ ਗਏ। ਸੋ ਇਹ ਸੀ ਜਿਹੜੀ ਸਾਨੂੰ ਸਮਝਾਉਣ ਦੇ ਵਾਸਤੇ। ਇੱਥੇ ਕੋਈ ਸਰੀਰਾਂ ਦੀ ਉਸਤਤ ਨਹੀਂ ਹੈ, ਕਿਉਂਕਿ ਕੋਈ ਅਜੀਬ ਇਹ ਸਮਝ ਸਕਦਾ ਕਿ ਇੱਥੇ ਇਹਨਾਂ ਨੇ ਆਕਾਰਾਂ ਦੀ ਉਸਤਤ ਕੀਤੀ ਹੈ, ਕਿਉਂਕਿ ਸਰੀਰਾਂ ਦੀ ਉਸਤਤ ਨਹੀਂ ਹੈ। ਉਸ ਅਕਾਲ ਪੁਰਖ ਦੀ ਹੀ ਉਸਤਤ ਹੈ ਕਿ ਕਿਵੇਂ ਅਕਾਲ ਪੁਰਖ ਨੇ ਸਾਨੂੰ ਸੰਸਾਰ ਦੇ ਵਿੱਚ ਕਲਯੁਗੀ ਜੀਵਾਂ ਨੂੰ, ਉਸ ਸਮੇਂ ਦੇ ਜੀਵਾਂ ਨੂੰ ਜਿਨ੍ਹਾਂ ਨੂੰ ਅਗਿਆਨਤਾ ਦੇ ਅੰਧੇਰੇ ਦੇ ਵਿੱਚ ਸੀ, ਕਿਵੇਂ ਆਪ ਪ੍ਰਗਟ ਹੋ ਕੇ ਵੱਖਰੇ ਵੱਖਰੇ ਸਰੀਰਾਂ ਨੂੰ ਦੁਆਰਾ ਕਿਵੇਂ ਆਪ ਪਰਮੇਸ਼ਰ ਨੇ ਗਿਆਨ ਬਖਸ਼ਿਸ਼ ਕੀਤਾ ਹੈ। ਉਹ ਸਾਰੀ ਉਸ ਅਕਾਲ ਪੁਰਖ ਦੀ ਹੀ ਉਸਤਤ ਹੈ। ਆਪਾਂ ਸੁਣਿਆ ਹੋਵੇਗਾ ਤੁਸੀਂ ਕਈ ਵਾਰੀ ਕਿ ਜੋ ਆਪਣੇ ਪ੍ਰਚਾਰਕ ਨੇ, ਇਹ ਜੋ ਭਾਈ ਬਲਵੰਡਾ ਜੀ ਤੇ ਸੱਤਾ ਜੀ ਨੇ, ਇਹਨਾਂ ਤੇ ਵੀ ਬਹੁਤ ਸਾਰੇ ਇਲਜ਼ਾਮ ਲਾਉਂਦੇ ਨੇ, ਸੁਣਾਉਂਦੇ ਨੇ ਕਿ ਗੁਰੂ ਸਾਹਿਬਾਂ ਜੀ ਤੋਂ ਇੱਕ ਵਾਰੀ ਪੈਸੇ ਮੰਗ ਲਏ ਤੇ ਗੁਰੂ ਸਾਹਿਬਾਂ ਨੇ ਪੈਸੇ ਨਹੀਂ ਦਿੱਤੇ ਹੋਣੇ, ਫਿਰ ਇਹ ਆਈ ਨਹੀਂ ਕਿ ਅਸੀਂ ਪੈਸੇ ਤੋਂ ਬਿਨਾਂ ਨਹੀਂ ਕੀਰਤਨ ਕਰਨਾ, ਕਿ ਕੀਰਤਨੀ ਅਸੀਂ। ਐਸੇ ਇਲਜ਼ਾਮ, ਕਿਉਂਕਿ ਜਿਹੇ ਜਿਹੇ ਲੋਕ ਆਪ ਨੇ ਪੈਸੇ, ਉਹ ਜਿਹੇ ਉਹਨਾਂ ਨੂੰ ਸਮਝਦੇ ਨੇ। ਲੇਕਿਨ ਜਿਨ੍ਹਾਂ ਦੀ ਬਾਣੀ ਸਤਿਗੁਰਾਂ ਦੇ ਦਰਜ ਕਰ ਦਿੱਤੀ, ਉਹਨਾਂ ਦਾ ਆਪਾਂ ਸਮਝ ਸਕਦੇ ਹਾਂ ਕਿੰਨੀ ਉੱਚੀ ਅਵਸਥਾ ਦੇ ਮਾਲਕ ਹੋਣਗੇ। ਉਹ ਮਾਇਆ 'ਤੇ ਡੋਲਣ ਵਾਲੇ ਨਹੀਂ ਹੋ ਸਕਦੇ। ਜਿਨ੍ਹਾਂ ਦੀ ਬਾਰ ਨੂੰ ਸੁਣਦੇ ਹਾਂ ਕਿ ਬਹੁਤ ਸਾਰੇ ਆਪਣੀ ਆਪਣੀ ਬਾਣੀ ਲੈ ਕੇ ਆਏ ਸੀ, ਕਿ ਜਿਹੜੀ ਪੂਰੀ ਖਰੀ ਉਤਰੀ, ਜਿਨ੍ਹਾਂ ਦਾ ਜੀਵਨ ਸੀ ਨਾਲ, ਇਕੱਲੇ ਇਹ ਨਹੀਂ ਸੀ ਕਿ ਇਕੱਲੇ ਬਚਨ ਹੀ ਸੀ, ਜਿਨ੍ਹਾਂ ਦਾ ਉਹ ਜੀਵਨ ਵੀ ਸੀ, ਉਹਨਾਂ ਦੀ ਹੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੋਈ ਸੀ। ਸੋ ਇਸ ਕਰਕੇ ਭਾਈ ਸੱਤੇ ਤੇ ਬਲਵੰਡਾ ਜੀ ਕਿੰਨੀ ਉੱਚੀ ਅਵਸਥਾ ਦੇ ਮਾਲਕ ਹੋਣਗੇ, ਪਰ ਇਹਨਾਂ ਨੂੰ ਵੀ ਭੰਡਿਆ ਜਾਂਦਾ ਹੈ। ਤੇ ਰਾਮਾਨੰਦ ਜੀ ਨੂੰ ਬਾਰੇ ਵੀ ਬਹੁਤ ਕੁਛ ਆਪਣੇ ਪ੍ਰਚਾਰਕਾਂ ਨੇ ਕਿਹਾ ਹੈ ਕਿ ਉਹ ਆਮ ਗਰੀਬਾਂ ਨੂੰ, ਨਿਮਾਣਿਆਂ ਨੂੰ ਗਿਆਨ ਨਹੀਂ ਸੀ ਦਿੰਦੇ, ਜਦ ਕਿ ਆਪਾਂ ਦੇਖਦੇ ਹਾਂ ਜਿੰਨੇ ਵੀ ਭਗਤ ਨੇ ਸਾਰੇ ਸਮਕਾਲੀ ਭਗਤ ਰਾਮਾਨੰਦ ਜੀ ਤੋਂ ਗਿਆਨ ਪ੍ਰਾਪਤ ਕੀਤਾ ਸੀ। ਸੋ ਇਸ ਕਰਕੇ ਇਹ ਸਾਰੀ ਹੀ ਜਿਹੜੀ ਉਸਤਤ ਹੈ ਉਸ ਅਕਾਲ ਪੁਰਖ ਦੀ ਹੈ। ਸੋ ਆਓ ਹੁਣ ਆਪਾਂ ਅਭਿਆਸ ਕਰੀਏ ਉਹੀ ਜਿਹੜਾ ਸਾਨੂੰ ਸਮਝਾਇਆ ਹੈ ਇੱਥੇ। ਇੱਕ ਹੀ ਗੁਰ ਸ਼ਬਦ ਦਾ ਗਿਆਨ ਹੈ। ਉਹੀ ਗੁਰ ਯੁਗਾਂ ਤੋਂ, ਜਦੋਂ ਆਪਾਂ ਅੱਗੇ ਜਾ ਕੇ ਬਾਣੀ ਪੜ੍ਹਾਂਗੇ, ਸਵਈਆਂ ਦੀ ਬਾਣੀ ਪੜ੍ਹਾਂਗੇ, ਉਹਦੇ ਵਿੱਚ ਫਿਰ ਸਾਨੂੰ ਗਿਆਨ ਹੋਏਗਾ ਕਿ ਇਹ ਜਿਹੜਾ ਗਿਆਨ ਗੁਰੂ ਸਾਹਿਬਾਂ ਨੇ ਦਿੱਤਾ ਹੈ, ਇਹ ਯੁਗਾਂ ਤੋਂ ਹੀ ਚੱਲਦਾ ਆ ਰਿਹਾ ਹੈ, ਕਿਉਂਕਿ ਗੁਰੂ ਆਦਿ ਤੋਂ ਅੰਤ ਇੱਕੋ ਹੀ ਹੈ। ਆਦਿ ਤੋਂ ਨਾਨਕ ਜੁਗ ਜੁਗ ਗੁਰ ਗੋਪਾਲਾ,
जुगां तो गुर ही गोपाला है, गुर ही ज्ञान है। आद अंत एक है अवतारा, सोई गुरु समझियो हमारा। वही गुरु है जिहड़ा आद तो अंत है, जिसनों आपां 52 अखरी विच भी विचार के आए हाँ। गुरदेव आद जुगाद जुग जुग, गुरदेव मंत जप हर उदरा। भी गुरदेव आद तो है, जुगां तो है, ਉਹੀ ਮੰਤਰ ਦੁਆਰਾ ਉਦਾਰ ਹੁੰਦਾ ਹੈ। ਸੋ ਆਓ ਉਹ ਗੁਰ ਕੀ ਹੈ, ਉਹ ਸਾਨੂੰ ਗੁਰਬਾਣੀ 'ਚ ਲਿਖਿਆ ਹੈ ਕਿ ਕਿਵੇਂ ਆਪਾਂ ਆਪਣੀ ਦ੍ਰਿਸ਼ਟੀ ਨੂੰ, ਆਪਣੇ ਧਿਆਨ ਨੂੰ ਉਸ ਪਰਮੇਸ਼ਰ ਦੇ ਵਿੱਚ ਲਾਉਣਾ ਹੈ, ਨਿਰੰਕਾਰ ਦੇ ਵਿੱਚ ਲਾਉਣਾ ਹੈ, ਉਸ ਮਾਲਕ ਦੇ ਵਿੱਚ ਲਾਉਣਾ ਹੈ ਜਿਹੜਾ ਜੁਗਾਂ ਤੋਂ ਸੱਚ ਹੈ, ਜਿਹੜਾ ਅਟਲ ਹੈ, ਜਿਹੜਾ ਅਥਾਹ ਹੈ, ਜਿਹੜਾ ਅਪਰੰਪਰ ਹੈ, ਜਿਸ ਦਾ ਕੋਈ ਪਾਰਾਵਾਰ ਨਹੀਂ ਹੈ। ਕਿੰਨਾ ਨੇੜੇ ਹੈ ਸਾਡੇ, ਇੰਨਾ ਨੇੜੇ ਹੈ ਕਿ ਸਾਨੂੰ ਸਵਸ ਦੇ ਕੇ ਪਾਲ ਰਿਹਾ ਹੈ। ਅਤੇ ਆਪਾਂ ਆਪਣੀ ਦ੍ਰਿਸ਼ਟੀ ਜਿਹੜੀ ਹੈ, ਆਪਣੀ ਦ੍ਰਿਸ਼ਟੀ ਜਿਹੜੀ ਸਾਡੀ ਇਸ ਮਾਰਗ ਨੂੰ ਭੁੱਲੀ ਹੈ, ਅੰਦਰ ਜਾਣ ਦਾ ਰਸਤਾ ਭੁੱਲ ਕੇ ਬਾਹਰ ਸੰਸਾਰ ਨਾਲ ਜੁੜੀ ਹੈ, ਦ੍ਰਿਸ਼ਟਮਾਨ ਨਾਲ ਜੁੜੀ ਹੈ। ਇਸ ਨੂੰ ਦ੍ਰਿਸ਼ਟਮਾਨ ਨਾਲੋਂ ਰੋਕ ਕੇ ਕਿੱਧਰ ਨੂੰ ਲੈ ਕੇ ਜਾਣਾ, ਅੰਦਰ ਲੈ ਕੇ ਜਾਣਾ ਹੈ। ਉਹੀ ਸਥਾਨ ਜਿੱਥੇ ਆਪਾਂ ਟਿਕਾਉਣਾ ਹੈ, ਉਹੀ ਫਿਰ ਇੱਥੋਂ ਧਿਆਨ ਲਗਾਉਣਾ ਹੈ। ਟਿੱਕਾ ਕਿਹੜਾ ਹੈ? ਧਿਆਨ ਦਾ। ਕਾਇਆ ਬ੍ਰਹਮਾ ਮਨ ਹੈ ਧੋਤੀ, ਗਿਆਨ ਜਨੇਊ ਧਿਆਨ ਪੁਸਪਾਤੀ। ਬਾਹਰ ਧੋਤੀ ਜਿਚਰ ਜੋਤੀ ਨਾਲ, ਵੀ ਬਾਹਰ ਤਾਂ ਜਿੰਨੀ ਦੇਰ ਜੋਤ ਹੈ ਉਨੀ ਦੇਰ ਹੀ ਹੈ, ਲੇਕਿਨ ਅੰਦਰ ਆਪਾਂ ਇਹ ਗਿਆਨ ਪਾਉਣਾ ਹੈ। ਸੋ ਇਸ ਕਰਕੇ ਆਪਾਂ ਕੀ ਕਰਨਾ ਹੈ, ਦੇਖ ਸਮਝ ਲਓ ਪਹਿਲਾਂ, ਫਿਰ ਆਪਾਂ ਧਿਆਨ ਲਾਵਾਂਗੇ। ਆਪਣੀ ਦ੍ਰਿਸ਼ਟੀ ਨੂੰ ਇਸ ਪੁਆਇੰਟ 'ਤੇ ਪਹਿਲਾਂ ਆਪਾਂ ਫੋਕਸ ਕਰਨਾ ਹੈ, ਸਮ ਕਰਨਾ ਹੈ, ਦੇਖਣਾ ਹੈ ਕਿ ਨੱਕ ਨਜ਼ਰ ਆ ਰਿਹਾ ਕਿ ਨਹੀਂ ਆ ਰਿਹਾ। ਜੇ ਆ ਰਿਹਾ ਤਾਂ ਕਿਸ ਪਾਸੇ ਤੋਂ ਆ ਰਿਹਾ, ਸੱਜੇ ਖੱਬੇ ਜਾਂ ਦੋਨੋਂ ਪਾਸੇ ਤੋਂ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ, ਫਿਰ ਆਪਾਂ ਸਾਹਮਣੇ ਦੇਖਣਾ ਹੈ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਆਪਾਂ ਪਲਕਾਂ ਉੱਤੇ ਚੁੱਕਦੇ। ਇੱਥੋਂ ਫਿਰ ਮੈਂ ਆਪ ਜੀ ਨੂੰ ਜਦੋਂ ਕਹਾਂਗਾ ਧਿਆਨ ਸਾਹਮਣੇ ਲੈ ਕੇ ਆਓ, ਫਿਰ ਸਾਹਮਣੇ ਦੇਖਣਾ ਹੈ। ਫਿਰ ਜਦੋਂ ਕਹਾਂਗਾ ਨੱਕ 'ਤੇ ਸਮ ਕਰੋ, ਫਿਰ ਆਪਣੇ ਨੱਕ 'ਤੇ ਸਮ ਕਰਕੇ ਦੇਖਣਾ ਹੈ। ਸੋ ਇਸ ਤਰੀਕੇ ਨਾਲ ਆਪਾਂ ਧਿਆਨ ਲਗਾਉਣਾ ਹੈ, ਇੱਕ ਦ੍ਰਿਸ਼ਟ ਹੋਣਾ ਹੈ। ਜੇ ਇੱਥੇ ਧਿਆਨ ਲਾਉਣ ਦੇ ਨਾਲ ਜੇ ਸਾਨੂੰ ਨੱਕ ਨਹੀਂ ਦਿਸਦਾ, ਫਿਰ ਆਪਾਂ ਇੱਕ ਦ੍ਰਿਸ਼ਟ ਹਾਂ। ਜੇ ਨੱਕ ਦਿਸਦਾ ਹੈ, ਫਿਰ ਦੋ ਦ੍ਰਿਸ਼ਟੀ ਦੇ ਵਿੱਚ ਹਾਂ। ਫਿਰ ਦੇਖਣਾ ਹੁੰਦਾ ਕਿ ਕਿਸ ਪਾਸੇ, ਸੱਜੇ ਦਿਸਦਾ ਖੱਬੇ ਕੇ ਦੋਨੋਂ ਪਾਸੇ ਤੋਂ। ਸੱਜੇ ਧਿਆਨ ਹੋਏਗਾ, ਸੱਜੇ ਦਿਸੇਗਾ, ਖੱਬੇ ਧਿਆਨ ਹੋਏਗਾ, ਖੱਬੇ ਪਾਸਿਓਂ ਦਿਸੇਗਾ, ਵਿਚਾਲੇ ਹੋਏਗਾ, ਦੋਨੋਂ ਪਾਸੇ ਤੋਂ ਦਿਸੇਗਾ। ਇੱਕ ਦ੍ਰਿਸ਼ਟ ਹੋਵਾਂਗੇ, ਨੱਕ ਨਹੀਂ ਦਿਸੇਗਾ। ਜੇ ਆਪਾਂ ਅਭਿਆਸ ਕਰ ਲਾਂਗੇ, ਇਹ ਸਾਨੂੰ ਪ੍ਰਕਾਸ਼ ਰੂਪ ਦਿਸੇਗਾ, ਟਰਾਂਸਪੇਰੈਂਟ ਦਿਸੇਗਾ। ਸੋ ਆਓ ਆਪਣੀ ਦ੍ਰਿਸ਼ਟੀ ਨੱਕ 'ਤੇ ਸਮ ਕਰਕੇ ਦੇਖੀਏ। ਕੋਈ ਨਵਾਂ ਜੀਵ ਉਸਨੇ ਸਮਝਣਾ ਹੈ, ਦੇਖਣਾ ਹੈ ਕਿ ਨੱਕ ਨਜ਼ਰ ਆ ਰਿਹਾ ਕਿ ਨਹੀਂ ਆ ਰਿਹਾ। ਜੇ ਆ ਰਿਹਾ ਤਾਂ ਕਿਸ ਪਾਸੇ ਤੋਂ ਆ ਰਿਹਾ, ਸੱਜੇ ਖੱਬੇ ਜਾਂ ਦੋਨੋਂ ਪਾਸੇ ਤੋਂ। ਅਤੇ ਦੂਜੇ ਆਪਣੀ ਜੋਤ ਨੂੰ ਦੇਖਣਾ ਹੈ ਕਿ ਨਿਰਮਲ ਹੈ, ਕਿਤੇ ਮੈਲ ਤਾਂ ਨਹੀਂ ਲੱਗੀ। सामने लेके आइए ध्यान, सामने देखिए। मस्तक दे सामने ले जाओ ध्यान, पलकों ते चुको। फिर सामने लेके आइए ध्यान, सामने देखिए।
फिर नक ते सम करके देखिए। हुण नक ते सम करके आपां ये देखना है, जेकर कोई नवां जीव किसी नक दिसदा सी उसने ये देखना कि नक हुण दिसणों हट गया। ਜਿਹੜੇ ਆਪਾਂ रोज़ करन वाले हाँ उसने उन्होंने अपने जोत नूं अपने रूप नूं देखना है कि साडा रूप निर्मल है, कोई मैल तो नहीं लगी, कोई दाग तो जोत दे उत्ते नहीं लग्या। जे लग्या है फिर आपां देखना हुंदा कि क्यों लग्या, की कीता अज ऐसा कि साडी जोत धुंधली हो गई, मैली हो गई। वो फिर अगे तो आपां सावधान रहना है। नीचे ले जाइए ध्यान, नीचे बिल्कुल रिलैक्स देखना है आप। जो भी थले कपड़ा वगैरह विछया है जिथे आप बैठे उस तो थोड़ा ऊपर देखांगे। सानू कपड़े दे उत्ते इदां अनुभव होना शुरू हो जाएगा जिवें पानी दियां लहरां हुंदियां ने, एक झिलमिल एक हलचल तरंगां दी तरह सानू अनुभव होने शुरू हो जाते। और फिर सम करके देखिए, नक ते दृष्टि सम करके फिर देखिए अपने आप नूं। नीचे बिल्कुल रिलैक्स देखना है।
फिर दृष्टि सम करके देखी अपने आप नूं, फिर नक ते सम करके अपने आप नूं देखी। बिल्कुल रिलैक्स देखना नीचे। सामने लेके आइए ध्यान, सामने देखिए।
ਮਸਤਕ ਦੇ ਸਾਹਮਣੇ ਲੈ ਜਾਈਏ ਧਿਆਨ। ਪਲਕਾਂ ਉੱਤੇ ਚੁੱਕ। फिर सामने लेके आइए ध्यान। नीचे ले जाइए ध्यान। और सम करके देखिए अपने आप, दृष्टि सम करके अपने आप को देखिए।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਨਾਲ ਆਪਾਂ ਅਭਿਆਸ ਕਰਨਾ ਹੈ, ਪ੍ਰੇਮ ਪਾਉਣਾ ਹੈ ਨੇਤਰਾਂ ਦੁਆਰਾ। ਆਪਾਂ ਇੱਥੇ ਹੀ ਇਹ ਜਿਹੜਾ ਨਿਰਾਕਾਰ ਹੈ, ਇਸ ਦੇ ਵਿੱਚ ਹੀ ਆਪਾਂ ਇਸ ਨੂੰ ਰਿੜਕਣਾ ਹੈ, ਅਤੇ ਇੱਥੋਂ ਹੀ ਸਾਨੂੰ ਅੰਮ੍ਰਿਤ ਪ੍ਰਗਟ ਹੋ ਜਾਏਗਾ, ਨਾਮ ਪ੍ਰਗਟ ਹੋ ਜਾਏਗਾ। ਅਤੇ ਜਿਸ ਨਾਮ ਨੂੰ ਧਿਆ ਕੇ ਆਪਾਂ ਆਪਣੇ ਜੀਵਨ ਨੂੰ ਸਫਲ ਕਰਨਾ ਹੈ, ਪਰਮੇਸ਼ਰ ਦੇ ਘਰ ਵਿੱਚ ਪ੍ਰਵਾਨ ਹੋਣਾ ਹੈ, ਮਨ ਨੂੰ ਨਿਰਮਲ ਕਰਨਾ ਹੈ, ਅਤੇ ਆਪਣਾ ਜੋ ਜੀਵਨ ਹੈ, ਜਿਸ ਵਾਸਤੇ ਸਾਨੂੰ ਇਹ ਦੇਹੀ ਪ੍ਰਾਪਤ ਹੋਈ ਹੈ, ਉਸ ਮਕਸਦ ਨੂੰ ਪੂਰਾ ਕਰਨਾ ਹੈ। ਸੋ ਇੰਨੀ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।